ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 28 ਦਸੰਬਰ ਦਿਨ ਸ਼ਨੀਚਰਵਾਰ ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਨਾਲ ਹੀ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਹਰਮਿੰਦਰ ਸਮਰਾ ਸੈਕਰਾਮੈਂਟੋ, ਗੁਰਪਾਲ ਸਿੰਘ ਸੰਧੂ ਐਂਟੀਲੋਪ, ਜੀਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰੋ 99 209 277 0113 ਦੇ ਉੱਤੇ। ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 45 41 ਦੇ ਉੱਤੇ। ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਅਤੇ ਆਓ ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਸ਼ੁਰੂ ਕਰਦੇ ਹਾਂ। ਮੁਸਲਮਾਨਾਂ ਨੇ ਕਹਿੰਦੇ ਆਪ ਦੇ ਪੱਲਿਓਂ ਖਰਚ ਅਦਾ ਕੀਤਾ, ਜਗਮੀਤ ਸਿੰਘ ਨੇ CIA ਦਾ ਵਿਰੋਧ ਕੀਤਾ। ਹਾਂਜੀ ਬਿਲਕੁਲ, ਇਹ ਜਿਹੜੇ ਮੁਸਲਮਾਨ ਭਾਈਚਾਰੇ ਦੇ ਲੋਕ ਆ, ਇਹਨਾਂ ਨੇ ਯੂਪੀ ਦੇ ਵਿੱਚ ਇੱਕ ਪਹਿਲ ਕਦਮੀ ਕੀਤੀ ਆ। ਅਸਲ ਦੇ ਵਿੱਚ ਜਦੋਂ ਹਿੰਸਾ ਹੋਈ ਸੀਗੀ, ਤੁਹਾਨੂੰ ਯਾਦ ਹੋਣਾ, ਯੂਪੀ ਦੇ ਵਿੱਚ ਬਹੁਤ ਜ਼ਿਆਦਾ ਹਿੰਸਾ ਫੈਲ ਗਈ ਸੀ। ਵੱਖ-ਵੱਖ ਜ਼ਿਲ੍ਹੇ ਜਿਹੜੇ ਸੀਗੇ ਨਾ, ਉਹ ਚਪੇਟ 'ਚ ਆ ਗਏ ਸੀਗੇ। ਤਾਂ ਉਸ ਤੋਂ ਬਾਅਦ ਫਿਰ ਇਹ ਅੱਗ ਜਿਹੜੀ ਆ ਬੁਲੰਦ ਸ਼ਹਿਰ ਦੇ ਵਿੱਚ ਵੀ ਪਹੁੰਚੀ ਸੀਗੀ। ਤਾਂ ਉੱਥੇ ਇਹ ਦੋਸ਼ ਲੱਗਾ ਸੀਗਾ ਭੀੜ ਤੇ ਕਿ ਇਹਨਾਂ ਨੇ ਕੋਤਵਾਲੀ ਦੇ ਜਿਹੜੇ ਇੰਸਪੈਕਟਰ ਆ ਕਲੇਸ਼ ਕੁਮਾਰ, ਉਹਨਾਂ ਦੀ ਜੀਪ ਜਿਹੜੀ ਆ ਸਾੜ ਦਿੱਤੀ ਸੀ, ਫੂਕ ਦਿੱਤੀ ਸੀਗੀ। ਫਿਰ ਸਕੂਟੀ ਵੀ ਇੱਕ ਸੜ ਗਈ ਸੀਗੀ। ਵਾਇਰਲੈਸ ਸੈੱਟ, ਕੁਛ ਗਨ ਜਿਹੜੀਆਂ ਸੀ ਉਹ ਵੀ ਲੁੱਟ ਲਈਆਂ ਗਈਆਂ ਸੀਗੀਆਂ। ਤਾਂ ਇਸ ਤੋਂ ਬਾਅਦ ਜਿਵੇਂ ਉੱਥੇ ਫਿਰ ਤੁਹਾਨੂੰ ਪਤਾ ਹੀ ਆ, ਜਿਵੇਂ ਉਹ ਯੋਗੀ ਨੇ ਕਿਹਾ ਨਹੀਂ, ਬਦਲਾ ਹੋਗਾ ਬਦਲਾ। ਤਾਂ ਉਸ ਤੋਂ ਬਾਅਦ ਫਿਰ ਇਹਨਾਂ ਨੇ ਨੋਟਿਸ ਘੱਲਣੇ ਸ਼ੁਰੂ ਕਰ ਦਿੱਤੇ ਸੀਗੇ। ਮਤਲਬ ਕਿ ਜਿਹੜੇ ਵੀ ਲੋਕ ਆਇਡੈਂਟੀਫਾਈਡ ਹੁੰਦੇ ਸੀਗੇ, ਉਹਨਾਂ ਨੂੰ ਇਹ ਨੋਟਿਸ ਘੱਲਦੇ ਸਨ ਕਿ ਤੁਸੀਂ ਖਰਚੇ ਦੀ ਭਰਪਾਈ ਕਰੋ, ਨਹੀਂ ਤੇ ਫਿਰ ਤੁਹਾਨੂੰ ਚੁੱਕ ਕੇ ਅੰਦਰ ਸੁੱਟਾਂਗੇ। ਤਾਂ ਉੱਥੇ ਜਿਹੜੇ ਫਿਰ ਮੁਸਲਮਾਨਾਂ ਦੇ ਮੋਹਤਬਰ ਸੀਗੇ ਬੁਲੰਦ ਸ਼ਹਿਰ ਦੇ ਵਿੱਚ, ਉਹਨਾਂ ਨੇ ਆਖਿਆ ਤੁਸੀਂ ਕਿਸੇ ਨੂੰ ਨੋਟਿਸ ਨਾ ਘੱਲੋ, ਤੁਸੀਂ ਆਪਣੇ ਖਰਚੇ ਦਾ ਐਸਟੀਮੇਟ ਦਿਓ ਸਾਨੂੰ, ਅਸੀਂ ਆਪ ਹੀ ਭਰਪਾਈ ਕਰ ਦਿੰਦੇ ਹਾਂ। ਕਿਸੇ ਨੇ ਕੀਤਾ ਜਾਂ ਨਹੀਂ ਕੀਤਾ, ਪਰ ਜਦੋਂ ਪ੍ਰੋਟੈਸਟ ਸਾਡੇ ਭਾਈਚਾਰੇ ਦਾ ਸੀਗਾ ਤਾਂ ਅਸੀਂ ਕਿਸੇ ਤੇ ਹੁਣ ਬੋਝ ਨਹੀਂ ਪੈਣ ਦੇਣਾ। ਇਹ ਲਿਆਓ, ਤੁਸੀਂ ਜੋ ਵੀ ਤੁਹਾਡਾ ਬਿੱਲ ਬਣਦਾ ਅਸੀਂ ਅਦਾ ਕਰਦੇ ਹਾਂ। ਅਤੇ ਇਹਨਾਂ ਨੇ ਫਿਰ 6 ਲੱਖ ਦਾ ਜਿਹੜਾ DD ਹੁੰਦਾ, ਡਿਮਾਂਡ ਡਰਾਫਟ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਇਹ ਕੱਲ ਉੱਥੋਂ ਦੇ ਜਿਹੜੇ ਮੈਜਿਸਟਰੇਟ ਆ ਉਹਨਾਂ ਨੂੰ ਸੌਂਪ ਦਿੱਤਾ। ਸੋ ਜਿਹੜੇ DM ਹੁੰਦੇ ਆ, ਤਾਂ ਇਹ ਆਪਣੇ ਆਪ ਦੇ ਵਿੱਚ ਬਹੁਤ ਹੈਰਾਨ ਕਰਨ ਵਾਲੀ ਖਬਰ ਆ। ਕਿਉਂਕਿ ਦੇਖੋ, ਮੈਂ ਕੱਲ ਵੀ ਗੱਲ ਕੀਤੀ ਸੀਗੀ ਕਿ ਇਸ ਵਾਰੀ ਮੁਸਲਮਾਨਾਂ ਦੇ ਪ੍ਰੋਟੈਸਟ, ਮੁਸਲਮਾਨਾਂ ਦਾ ਰੰਗ ਢੰਗ ਬੜਾ ਵੱਖਰਾ ਜਿਹਾ। ਔਰ ਦੂਜੀ ਚੀਜ਼ ਇੱਕ ਹੋਰ ਵੀ ਆ ਕਿ ਜਿਹੜਾ ਇੰਡੀਆ ਦਾ ਮੀਡੀਆ ਉਹ ਮੁਸਲਮਾਨਾਂ ਨੂੰ ਵੀ ਹਾਈਲਾਈਟ ਕਰ ਰਿਹਾ। ਜੇ ਭੀੜ ਦੀ ਹਿੰਸਾ ਸੀਗੀ ਤਦ ਵੀ, ਔਰ ਜਦ ਇਹਨਾਂ ਘਟਨਾਵਾਂ ਦਾ ਹੁਣ ਸਿਮਟਣ ਦਾ ਵੇਲਾ ਆ ਗਿਆ, ਖਤਮ ਹੋਣ ਦਾ ਵੇਲਾ ਆ ਗਿਆ, ਇਹ ਸਾਰੀਆਂ ਜਿਹੜੀਆਂ ਖਤਮ ਹੋ ਰਹੀਆਂ ਨੇ, ਤਾਂ ਤਦ ਵੀ ਫਰੇਮ ਦੇ ਵਿੱਚ ਮੁਸਲਮਾਨਾਂ ਨੂੰ ਦਿਖਾਇਆ ਜਾ ਰਿਹਾ। ਚਰਚਾ ਵੀ ਮੁਸਲਮਾਨਾਂ ਤੇ ਹੋ ਰਹੀ ਆ। ਜਦ ਕਿ ਮੈਂ ਸਮਝਦਾ ਕਿ ਇਹਨਾਂ ਦਾ ਜਿਹੜਾ ਹੈਗਾ ਗੁਜਰਾਤ ਵਾਲਾ ਰੂਪਾਨੀ ਜਿਹੜਾ CM ਹੈ, ਉਹ ਜਦੋਂ ਇਹ ਗੱਲ ਕਹਿੰਦਾ ਕਿ ਦੇਖੋ ਜੀ ਮੁਸਲਮਾਨਾਂ ਵਾਸਤੇ 150 ਦੇਸ਼ ਹੈਗੇ ਆ। ਪਹਿਲੀ ਗੱਲ ਤਾਂ 150 ਦੇਸ਼ ਹੈ ਨਹੀਂ ਗੇ ਮੁਸਲਮਾਨਾਂ ਦੇ ਸੰਸਾਰ 'ਚ। ਤੇ ਉਹ ਦੂਜੀ ਗੱਲ ਫਿਰ ਇਹ ਵੀ ਤਰਕ ਦਿੱਤਾ ਜਾ ਸਕਦਾ ਹੈ ਕਿ ਭਾਈ ਕ੍ਰਿਸਚਨਾਂ ਦੇ ਵੀ ਬਹੁਤ ਸਾਰੇ ਦੇਸ਼ ਹੈਗੇ ਨੇ, ਤੁਸੀਂ ਕ੍ਰਿਸਚਨਾਂ ਨੂੰ ਫਿਰ ਇੱਥੇ ਕਾਹਤੋਂ ਮੌਕਾ ਦੇ ਰਹੇ ਹੋ। ਤਾਂ ਬੁੱਧਿਸਟ ਜਿਹੜੇ ਲੋਕ ਆ, ਬੁੱਧਿਸਟ ਰੋਹਿੰਗਿਆ ਨੂੰ ਮਿਆਂਮਾਰ 'ਚ ਮਾਰਦੇ, ਇੱਥੇ ਉਹ ਵਿਕਟਮ ਬਣ ਰਹੇ ਨੇ। ਤਿੱਬਤੀ ਲੋਕ ਚਾਈਨਾ ਤੋਂ ਕੁੱਟ ਖਾ ਰਹੇ ਨੇ। ਨੇਪਾਲੀ ਹੈਗੇ ਆ ਕੁਛ ਜਿਹੜੇ ਉੱਥੇ ਪੀੜਤ ਆ। ਫਿਰ ਭੂਟਾਨੀ ਕ੍ਰਿਸਚਨ ਜਿਹੜੇ ਆ ਉਹ ਉੱਥੇ ਪੀੜਤ ਆ। ਤਾਮਿਲ ਜਿਹੜੇ ਆ ਸਿੰਗਾਲੀਆਂ ਤੋਂ ਪੀੜਤ ਆ ਸ੍ਰੀਲੰਕਾ 'ਚ। ਮਤਲਬ ਕਿ ਮੁਸਲਮਾਨਾਂ ਦਾ ਮੁੱਦਾ ਨਹੀਂ ਹੈ, ਹੋਰ ਵੀ ਬਹੁਤ ਕਮਿਊਨਿਟੀਜ਼ ਹੈਗੀਆਂ ਜਿਹੜੀਆਂ ਰਹਿ ਗਈਆਂ ਨੇ, ਜਿਨ੍ਹਾਂ ਨੂੰ ਇਹਨਾਂ ਚੀਜ਼ਾਂ 'ਚ ਸ਼ਾਮਲ ਕੀਤਾ ਜਾਣਾ ਚਾਹੀਦਾ। ਪਹਿਲੀ ਗੱਲ ਤੇ ਆਪ ਚਾਦਰ ਵੇਖਣੀ ਚਾਹੀਦੀ ਆ, ਫਿਰ ਪੈਰ ਪਸਾਰਨੇ ਚਾਹੀਦੇ ਕਿ ਅਸੀਂ 20-25 ਕਰੋੜ ਲੋਕਾਂ ਨੂੰ ਤੇ ਰੋਟੀ ਦੇ ਨਹੀਂ ਪਾ ਰਹੇ, ਜਿਹੜੇ ਭੁੱਖਣ ਭਾਣੇ ਰੱਬ ਦੇ ਆਸਰੇ ਤੁਰੇ ਫਿਰਦੇ ਆ, ਤੇ ਅਸੀਂ ਲੋਕਾਂ ਨੂੰ ਕਹਿਣ ਦੇ ਕਿ ਆਓ ਤੁਹਾਨੂੰ ਸ਼ਰਨ ਦਿੰਦੇ ਆ, ਤੁਹਾਨੂੰ ਅਸੀਂ ਨਾਗਰਿਕਤਾ ਦਿੰਦੇ ਆ। ਪਹਿਲਾਂ ਤਾਂ ਇਹ ਦੇਖਣਾ ਚਾਹੀਦਾ ਕਿ ਰੋਟੀ ਤੇ ਤੁਹਾਡੇ ਕੋਲੋਂ ਘਰੇ ਨਹੀਂ ਪੱਕ ਰਹੀ ਪੂਰੀ, ਤੇ ਤੁਸੀਂ ਬਾਹਰੋਂ ਪ੍ਰਾਹੁਣੇ ਵੀ ਸੱਦ ਰਹੇ। ਖੈਰ ਜੋ ਵੀ ਹੈ, ਹੁਣ ਇਸ ਮਾਮਲੇ ਦੇ ਵਿੱਚ
ਦੋ ਤਿੰਨ ਚੀਜ਼ਾਂ ਜਿਹੜੀਆਂ ਨੇ ਉਹ ਨਵੀਆਂ ਵਾਪਰੀਆਂ। ਇੱਕ ਤੇ ਜਿਹੜੇ ਕੈਨੇਡਾ ਦੇ ਹੈਗੇ ਆਗੂ ਜਗਮੀਤ ਸਿੰਘ, ਉਹਨਾਂ ਨੇ ਇਸ ਚੀਜ਼ ਦੀ ਆਲੋਚਨਾ ਕੀਤੀ ਆ, ਕੰਡੈਮ ਕੀਤਾ ਹੈ ਇਸ ਨੂੰ। ਉਹ ਕਹਿੰਦੇ ਕਿ ਨਾਗਰਿਕਤਾ ਸੋਧ ਕਾਨੂੰਨ ਜਿਹਨੂੰ ਆਪਾਂ CAA ਕਹਿੰਦੇ ਆ ਕਿ ਉਹ ਪੱਖਪਾਤੀ ਹੈ। ਦੂਜੀ ਚੀਜ਼ ਇਹ ਆ ਕਿ ਉਹਨਾਂ ਨੇ ਆਖਿਆ ਸਰਕਾਰ ਲੋਕਾਂ ਨੂੰ ਜੋੜਨ ਲਈ ਹੁੰਦੀ ਹੈ, ਨਾ ਕਿ ਵੰਡਣ ਲਈ। ਹਾਲਾਂਕਿ ਦੱਸਦੇ ਆ ਕਿ ਉੱਥੇ ਦਾ ਜਿਹੜਾ ਹੈਗਾ ਤੁਹਾਨੂੰ ਪਤਾ ਹੀ ਆ, ਸੰਘ ਪੱਖੀ ਲਾਣਾ ਉਹ ਲੱਗ ਗਿਆ ਮਗਰ, ਤੇ ਇਹਨੂੰ ਕੈਨੇਡੀਅਨ ਖਾਲਿਸਤਾਨੀ ਵੀ ਕਿਹਾ ਜਾ ਰਿਹਾ। ਪਰ ਮੇਰੇ ਖਿਆਲ ਦੇ ਨਾਲ ਮੈਨੂੰ ਲੱਗਦਾ ਕਿ ਜਿਹੜੇ ਲੋਕ ਇੱਕ ਨਿਰਪੱਖ ਢੰਗ ਦੇ ਨਾਲ ਇੱਕ ਪ੍ਰੋਟੈਸਟ ਨੂੰ ਅੰਜਾਮ ਦੇ ਰਹੇ ਆ ਜਾਂ ਵੇਖ ਰਹੇ ਜਾਂ ਸਪੋਰਟ ਕਰ ਰਹੇ, ਉਹਨਾਂ ਵਾਸਤੇ ਬਹੁਤ ਵੱਡੀ ਗੱਲ ਆ ਕਿ ਜਗਮੀਤ ਸਿੰਘ ਜਿਹੜੇ ਆ ਉਹ CAA ਦਾ ਵਿਰੋਧ ਕਰ ਰਹੇ ਆ। ਔਰ ਦੂਜੀ ਚੀਜ਼ ਇਹ ਆ ਕਿ ਇਹਨੂੰ ਹੁਣ ਕੁਛ ਲੋਕਾਂ ਨੇ ਕਹਿਣਾ ਕਿ ਸਾਡੇ ਅੰਦਰੂਨੀ ਮਾਮਲੇ 'ਚ ਦਖਲ ਆ, ਪਰ ਜਦੋਂ UN ਬੋਲਦਾ, UN ਦੇ ਅੱਗੇ ਕੋਈ ਨਹੀਂ ਬੋਲਦਾ ਕਿ ਸਾਡੇ ਅੰਦਰੂਨੀ ਮਾਮਲੇ 'ਚ ਤੁਸੀਂ ਕਿਉਂ ਦਖਲ ਦਿੰਦੇ ਆ। ਜਦੋਂ ਹੋਰ ਇਸ ਤਰ੍ਹਾਂ ਦੇ ਮੁਲਕ ਬੋਲਦੇ, ਜਦੋਂ ਅਮਰੀਕਾ ਰਿਪੋਰਟਾਂ ਕੱਢਦਾ, ਉਦੋਂ ਨਹੀਂ ਇਹ ਬੋਲਦੇ। ਸੋ ਕਹਿਣ ਦਾ ਭਾਵ ਇਹ ਹੈ ਕਿ ਇੱਕ ਤੇ ਇਹ ਬੜੀ ਵੱਡੀ ਗੱਲ ਆ ਕਿ ਜਗਮੀਤ ਸਿੰਘ ਨੇ ਸਿੱਧੇ ਤੌਰ ਤੇ ਇਸ ਕਾਨੂੰਨ ਨੂੰ ਰੱਦ ਕੀਤਾ ਕਿ ਇਹ ਪੱਖਪਾਤੀ ਹੈ। ਦੂਜੀ ਚੀਜ਼ ਜਿਹੜੀ ਇੱਕ ਹੋਰ ਵੀ ਵਾਪਰੀ ਆ ਉਹ ਇਸ ਮਾਮਲੇ ਦੇ ਵਿੱਚ ਇਹ ਹੈ ਕਿ ਕੁਛ ਜਿਹੜੇ ਪ੍ਰੋਫੈਸ਼ਨਲ ਹੁੰਦੇ ਆ, ਜਿੱਦਾਂ IT ਸੈਕਟਰ ਦੇ ਵਿੱਚ ਤੁਹਾਨੂੰ ਪਤਾ ਗੂਗਲ, ਓਬਰ, ਅਮੇਜ਼ਨ, ਫੇਸਬੁੱਕ ਵਰਗੀਆਂ ਜਿਹੜੀਆਂ ਕੰਪਨੀਆਂ ਨੇ, ਉਹਨਾਂ ਦੇ ਜਿਹੜੇ ਪੇਸ਼ੇਵਰ ਆ, ਭਾਰਤੀ ਮੂਲ ਦੇ ਜਿਹੜੇ ਪੇਸ਼ੇਵਰ ਮੇਰੇ ਖਿਆਲ ਦੇ ਨਾਲ ਅਮਰੀਕਾ 'ਚ ਜ਼ਿਆਦਾ ਹੋਣਗੇ, ਤਾਂ ਉਹਨਾਂ ਲੋਕਾਂ ਨੇ ਵੀ ਖੁੱਲ੍ਹੇ ਰੂਪ ਦੇ ਵਿੱਚ ਇੱਕ ਚਿੱਠੀ ਲਿਖੀ ਹੈ ਤੇ ਇਸ ਕਦਮ ਨੂੰ ਸਰਕਾਰ ਦਾ ਫਾਂਸੀਵਾਦੀ ਕਦਮ ਆਖਿਆ ਹੈ। ਇਹ ਇੱਕ ਬਹੁਤ ਵੱਡੀ ਗੱਲ ਆ ਕਿ ਕਿਉਂਕਿ ਹੁਣ ਉਹ ਅਨਪੜ੍ਹ ਲੋਕ ਨਹੀਂ ਹੈ ਜਿਨ੍ਹਾਂ ਨੂੰ ਇਹ ਕਹਿ ਦੇਣਗੇ ਉਹਨਾਂ ਨੂੰ ਤੇ ਜੀ ਭਰਮਾ ਲਿਆ, ਕਾਂਗਰਸ ਨੇ ਭਰਮਾ ਲਿਆ ਜੀ, ਗੁੰਮਰਾਹ ਕਰ ਰਹੇ ਆ। ਇਹ ਉਹ ਲੋਕ ਨਹੀਂ ਹੈ ਜਿਨ੍ਹਾਂ ਨੂੰ ਤੁਸੀਂ ਗੁੰਮਰਾਹ ਕਰ ਸਕਦੇ ਹੋ। ਤਾਂ ਇਹ ਵੀ ਫਾਂਸੀਵਾਦੀ ਕਦਮ ਆਖ ਰਹੇ ਆ ਇਸ ਚੀਜ਼ ਨੂੰ। ਇੱਕ ਵੱਡੀ ਖਬਰ ਮੈਂ ਹੋਰ ਵੀ ਪੜ੍ਹਦਾ ਪਿਆ ਸੀਗਾ, ਬੜੀ ਦਿਲ ਨੂੰ ਕੰਬਾਉਣ ਵਾਲੀ ਆ ਕਿ UP ਦੇ ਵਿੱਚ ਦੋ ਐਕਟਿਵਿਸਟ ਸਨ, ਯਾਨੀ ਪਤੀ ਪਤਨੀ ਸਨ, ਉਹ ਪ੍ਰੋਟੈਸਟ ਕਰ ਰਹੇ ਸੀਗੇ, ਚੱਕ ਕੇ ਉਹਨਾਂ ਨੂੰ ਅੰਦਰ ਸੁੱਟ ਦਿੱਤਾ ਗਿਆ। ਉਹਨਾਂ ਦੀ 1.25 ਸਾਲ ਦੀ ਇੱਕ ਬੇਬੀ ਹੈ, ਬੱਚਾ ਹੈ ਉਹਨਾਂ ਦਾ। ਉਹ ਬੱਚੀ ਜਿਹੜੀ ਆ ਉਹ ਵਿਚਾਰੀ ਖਾਣਾ ਪਾਣਾ ਛੱਡ ਗਈ ਆ। ਉਹਨੂੰ ਬਹੁਤ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਕਿ ਖਾਣਾ ਦਾਣਾ ਖਿਲਾਇਆ ਜਾਵੇ, ਪਰ ਉਹ ਖਾ ਨਹੀਂ ਰਹੀ। ਫਿਰ ਤੁਹਾਨੂੰ ਪਤਾ ਹੀ ਆ ਮਾਂ ਨਾਲ ਅਟੈਚਮੈਂਟ ਹੁੰਦੀ ਆ ਬੱਚੇ ਦੀ, ਤੇ 1.25 ਸਾਲ ਦਾ ਬੱਚਾ ਹੁੰਦਾ ਵੀ ਕਿ ਡਾਕੂ ਆ। ਤਾਂ ਉਹ ਸੋਚਣਾ ਪਊਗਾ, ਵਿਚਾਰਨਾ ਪਊਗਾ ਕਿ ਇਸ ਤਰ੍ਹਾਂ ਜਿਹੜੇ ਲੋਕ ਸਫਰ ਕਰ ਰਹੇ ਆ, ਇਸ ਤਰ੍ਹਾਂ ਲੋਕ ਜਿਹੜੇ ਪ੍ਰਭਾਵਿਤ ਹੋ ਰਹੇ ਆ, ਸਰਕਾਰ ਉਹਨਾਂ ਨੂੰ ਵੀ ਕੋਈ ਨਾ ਕੋਈ ਰਾਹਤ ਦੇਵੇ। ਤਾਂ ਬਹਰਹਾਲ ਮਾਮਲਾ ਜਿਹੜਾ ਉਹ ਭਖਿਆ ਹੋਇਆ, ਚਰਚਾ ਜਿਹੜੀ ਚੱਲਦੀ ਪਈ ਆ। ਅਮਿਤ ਸ਼ਾਹ ਨੇ ਰਾਹੁਲ ਗਾਂਧੀ ਨੂੰ ਵੰਗਾਰ ਵੀ ਪਾਈ ਆ ਕਿ ਤੂੰ ਦੱਸ ਭਾਈ ਇੱਥੇ ਨਾਗਰਿਕਤਾ ਖੋਹਣ ਦਾ ਕਿਹਦਾ ਪ੍ਰਬੰਧ ਸੀ ਕੀਤਾ ਗਿਆ, ਨਾਗਰਿਕਤਾ ਦੇਣ ਦਾ ਹੀ ਪ੍ਰਬੰਧ ਕੀਤਾ ਗਿਆ। ਪਰ ਜਦੋਂ ਹਾਂ ਗੱਲ ਕਹਿੰਦੇ ਆ, ਗੱਲ ਫਿਰ ਉੱਥੇ ਆ ਕੇ ਢੁਕਦੀ ਆ ਕਿ ਅਸਲ ਦੇ ਵਿੱਚ ਇੱਕ ਚੀਜ਼ ਤੇ ਜਿਹੜੀ ਪਛਾਣਨ ਵਾਲੀ ਗੱਲ ਆ ਉਹ ਇਹ ਆ ਕਿ ਮੂਲ ਫੰਡਾ ਹੈਗਾ, ਮੂਲ ਪੰਗਾ ਹੈਗਾ ਸੰਵਿਧਾਨ ਦੇ ਡਿਸਕ੍ਰਿਮੀਨੇਸ਼ਨ ਦਾ, ਕਿ ਸੰਵਿਧਾਨ ਇਹ ਡਿਸਕ੍ਰਿਮੀਨੇਸ਼ਨ ਕਰਦਾ ਨਹੀਂ, ਪਰ ਤੁਸੀਂ ਵਿਧੀ ਵਿਧਾਨ ਇਸ ਤਰ੍ਹਾਂ ਦਾ ਬਣਾ ਰਹੇ ਹੋ ਕਿ ਡਿਸਕ੍ਰਿਮੀਨੇਟਡ ਕਰ ਰਹੇ ਹੋ ਇਹਨਾਂ ਚੀਜ਼ਾਂ ਨੂੰ। ਦੂਜਾ ਮਾਮਲਾ ਜਿਹੜਾ ਕਿ ਮੁਸਲਮਾਨ ਬਨਾਮ ਸੰਵਿਧਾਨ ਦਾ ਮਾਮਲਾ ਬਣਾਇਆ ਜਾ ਰਿਹਾ ਕਿ ਮੁਸਲਮਾਨ ਹੀ ਉਲਟ ਜਾ ਰਹੇ ਆ, ਪਰ ਹਕੀਕਤ ਇਹ ਆ ਕਿ ਮਾਮਲਾ ਜਿਹੜਾ ਉਹ ਸੰਵਿਧਾਨ ਬਨਾਮ ਇਹ ਕਹਿ ਲਈਏ ਕਿ ਸੰਵਿਧਾਨ ਤੇ ਨਾਲ ਇਨਸਾਨ ਦਾ ਹੈ। ਹਰੇਕ ਬੰਦਾ ਜਿਹੜਾ ਆਪਣੇ ਆਪ ਨੂੰ ਇਨਸਾਨ ਜੋੜਦਾ ਹੈ ਨਾ, ਤਾਂ ਉਹ ਬੰਦਾ ਇਸ ਚੀਜ਼ ਦੀ ਵਿਰੋਧਤਾ ਕਰ ਰਿਹਾ, ਮੁਖਾਲਫਤ ਕਰ ਰਿਹਾ। ਹਾਂ, ਕੁਛ ਲੋਕ ਹੈ ਜਿਹੜੇ ਉਹ ਆਪਣੇ ਆਪ ਨੂੰ ਇਨਸਾਨ ਵੀ ਕਹਿੰਦੇ ਆ, ਪਰ ਨਹੀਂ, ਉਹਨਾਂ ਦਾ ਆਪਣਾ ਪੁਆਇੰਟ ਆਫ ਵਿਊ ਆ, ਉਹ ਇਸ ਚੀਜ਼ ਦੀ ਸਪੋਰਟ ਕਰਦੇ, ਉਹਨਾਂ ਨੂੰ ਮੁਬਾਰਕ ਆ। ਪਰ ਜਿਹੜਾ ਮੁੱਦਾ ਬਣਾਇਆ ਜਾ ਰਿਹਾ ਕਿ ਨਹੀਂ ਜੀ ਇਹ ਤੇ ਮੁਸਲਮਾਨਾਂ ਦਾ ਪ੍ਰੋਟੈਸਟ ਹੈ, ਮੁਸਲਮਾਨਾਂ ਦਾ ਨਹੀਂ, ਅਸਲ ਦੇ ਵਿੱਚ ਜਾਗਰੂਕ ਇਨਸਾਨਾਂ ਦਾ ਪ੍ਰੋਟੈਸਟ ਆ, ਤੇ ਜਾਗਰੂਕ ਇਨਸਾਨ ਜਿਹੜੇ ਆ ਨਾ ਉਹ ਇਸ ਦੇਸ਼ ਦੀਆਂ ਥੰਮੀਆਂ ਨੇ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ ਨੇ, ਕਹਿੰਦੇ ਸਾਬਕਾ ਵਿਗਿਆਨੀ ਨੂੰ ਮਿਲੇਗਾ ਹੁਣ ਮੋਟਾ ਮੁਆਵਜ਼ਾ। ਦੇਖੋ ਇਹ ਨਾ 1994 ਦੀ ਇੱਕ ਬੜੀ ਮਸ਼ਹੂਰ ਘਟਨਾ, ਜੇ ਤੁਸੀਂ ਤਫਸੀਲ ਜਾਣਨੀ ਹੋਵੇ ਤੇ ਗੂਗਲ ਸਰਚ ਕਰ ਲਿਓ, ਤੁਹਾਨੂੰ ਬਹੁਤ ਵੱਡੀ ਕਹਾਣੀ ਮਿਲ ਜਾਣੀ ਹੈ। ਜੇ ਮੈਂ ਉਹਨੂੰ ਡਿਟੇਲ 'ਚ ਦੱਸੂਗਾ ਤੇ ਕਾਫੀ ਲੰਮੀ ਚੌੜੀ ਹੋ ਜਾਣੀ ਆ। ਤਾਂ ਇਹ ਨਾਭੀ ਨਾਰਾਇਣ ਹੁੰਦੇ ਸਨ, ਬਹੁਤ ਵੱਡੇ ਵਿਗਿਆਨਕ ਸੀ ਇਸਰੋ ਦੇ। ਤਾਂ ਇਹਨਾਂ ਦਾ ਉਸ ਟਾਈਮ ਦਾ ਕੋਈ ਪ੍ਰੋਜੈਕਟ ਸੀਗਾ। ਉਸ ਵੇਲੇ ਹੋਇਆ ਕਿ ਇਹਨਾਂ ਨੂੰ ਯਕਦਮ ਗ੍ਰਿਫਤਾਰ ਕਰ ਲਿਆ ਗਿਆ। ਦੋਸ਼ ਇਹ ਲੱਗਾ ਕਿ ਤੂੰ ਭਾਈ ਜਿਹੜੇ ਖੁਫੀਆ ਭੇਤ ਸੀਗੇ ਉਹ ਲੀਕ ਕਰ ਦਿੱਤੇ ਆ, ਯਾਨੀ ਉਸ ਸੰਬੰਧਿਤ ਪ੍ਰੋਜੈਕਟ ਦੇ। ਤਾਂ ਇਹਨਾਂ ਨੇ ਕੋਈ ਲਾਂਚ ਕਰਨਾ ਸੀਗਾ, SLV ਸ਼ਾਇਦ ਇਸ ਤਰ੍ਹਾਂ ਦਾ ਕੋਈ ਮਾਮਲਾ ਸੀ, ਮਾਜਰਾ ਸੀ। ਤਾਂ ਦੋਸ਼ ਇਹੋ ਲੱਗਿਆ ਕਿ ਇਹਨੇ ਉਹ ਜਿਹੜੇ ਤਕਨੀਕ ਦੇ ਭੇਤ ਸੀਗੇ ਅਗਾਂਹ ਵੇਚ ਦਿੱਤੇ ਆ ਜਾਂ ਲੀਕ ਕਰ ਦਿੱਤੇ ਆ। ਤਾਂ ਉਸ ਤੋਂ ਬਾਅਦ ਇਹ ਨਾਭੀ ਨਾਰਾਇਣ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਪਰ ਇਹ ਹਮੇਸ਼ਾ ਤੋਂ ਨਾਭੀ ਨਰੈਣ ਜੀ ਇੱਕੋ ਹੀ ਗੱਲ ਕਹਿੰਦੇ ਆਏ ਕਿ ਮੇਰੇ ਨਾਲ ਧੱਕਾ ਹੋਇਆ, ਮੇਰੇ ਨਾਲਦਿਆਂ ਨੂੰ ਹੀ ਮੇਰੀ ਤਰੱਕੀ ਜਿਹੜੀ ਆ ਗਵਾਰ ਨਹੀਂ ਸੀ ਗੁਜ਼ਰਦੀ, ਇਹ ਸਾਰੀ ਸਾਜ਼ਿਸ਼ ਆ। ਚਲੋ ਮਾਮਲਾ ਚੱਲਿਆ, ਫਿਰ ਮਾਮਲਾ ਜਿਹੜਾ ਉਹ ਇੱਥੋਂ ਤੱਕ ਪਹੁੰਚਿਆ, ਇਹਨਾਂ ਨੂੰ ਤਸੀਹੇ ਤੱਕ ਦਿੱਤੇ ਗਏ, ਜਿੱਦਾਂ ਆਪਾਂ ਵੇਖਦੇ ਹੀ ਹਾਂ ਸੀਏ ਸਟਾਫ ਤੇ ਫਲਾਣਾ, ਇਹੋ ਜਿਹੇ ਸੈਂਟਰਾਂ ਦੇ ਵਿੱਚ ਇਹਨਾਂ ਦੀ ਪੁੱਛ ਗਿੱਛ ਹੁੰਦੀ ਰਹੀ, ਤਫਤੀਸ਼ ਹੁੰਦੀ ਰਹੀ, ਇੰਟੈਰੋਗੇਟ ਕੀਤਾ ਗਿਆ। ਉਸ ਤੋਂ ਬਾਅਦ 2 ਮਹੀਨੇ ਤੱਕ ਜੇਲ੍ਹ ਦੇ ਵਿੱਚ ਸਾੜਿਆ ਗਿਆ। ਫਿਰ ਵੀ ਇਸ ਸਾਇੰਟਿਸਟ ਨੇ ਹਾਰ ਨਹੀਂ ਮੰਨੀ, ਇਹਨੇ ਲੜਾਈ ਲੜੀ ਕਿ ਮੈਂ ਕਲੰਕ ਲੈ ਕੇ ਨਹੀਂ ਮਰਨਾ। ਤਾਂ ਉਹ ਲੜਾਈ ਫਿਰ ਸੁਪਰੀਮ ਕੋਰਟ 'ਚ ਗਈ, ਆਖਿਰ ਇਹਨਾਂ ਨੂੰ ਜਿੱਤ ਪ੍ਰਾਪਤ ਹੋਈ, ਇਹ ਬੇਦੋਸ਼ੇ ਪਾਏ ਗਏ। ਤਾਂ ਹੁਣ ਇਹਨਾਂ ਨੂੰ ਜਿਹੜਾ ਮਿਲਣਾ ਮੁਆਵਜ਼ਾ ਉਹਦੀ ਰਕਮ ਬਣ ਗਈ ਆ 1 ਕਰੋੜ 30 ਲੱਖ ਰੁਪਈਆ, ਜਿਹੜਾ ਕਿ ਕੇਰਲ ਸਰਕਾਰ ਨੇ ਦੇਣਾ, ਕਿਉਂਕਿ ਕੇਰਲ ਸਰਕਾਰ ਦੇ ਹੀ ਇਹ ਸਾਰਾ ਅੰਡਰ ਸੀਗਾ ਕੰਮ। ਤਾਂ ਕੇਰਲ ਸਰਕਾਰ ਹੁਣ ਨਾਭੀ ਨਰੈਣ ਜੀ ਨੂੰ 1 ਕਰੋੜ 30 ਲੱਖ ਰੁਪਏ ਦਾ ਮੁਆਵਜ਼ਾ ਦੇਵੇਗੀ। ਪਰ ਸਭ ਤੋਂ ਵੱਡੀ ਗੱਲ ਪੈਸੇ ਦੀ ਨਹੀਂ, ਉਹਨਾਂ ਦੀ ਇੱਜ਼ਤ ਦੀ ਆ, ਕਿਉਂਕਿ ਉਹਨਾਂ ਨੇ ਸਾਰੀ ਜ਼ਿੰਦਗੀ ਇਸ ਦੇਸ਼ ਦੇ ਲੇਖੇ ਲਾਈ ਸੀਗੀ। ਤਾਂ ਬਜ਼ੁਰਗੀ ਦੀ ਅਵਸਥਾ 'ਚ ਉਹਨਾਂ ਨੂੰ ਕੋਰਟ ਕਚਹਿਰੀਆਂ 'ਚ ਧੱਕੇ ਖਾਣੇ ਪਏ, ਪਰ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਆ। ਇਹਦੇ ਵਿੱਚ ਹੁਣ ਇੱਕ ਚੀਜ਼ ਜਿਹੜੀ ਵੇਖਣ ਵਾਲੀ ਹੈ ਕਿ ਚਲੋ ਇਹਨਾਂ ਨੇ ਇੱਕ ਲੜਾਈ ਜਿੱਤ ਲਈ। ਇਹ ਹੱਠੀ ਲੋਕ ਹੁੰਦੇ ਆ ਕਈ ਵਾਰ, ਜਿਹੜੇ ਸੰਘਰਸ਼ੀ ਲੋਕ ਹੁੰਦੇ ਆ, ਪਰ ਹਰੇਕ ਬੰਦਾ ਨਾ ਤੇ ਇੰਨਾ ਦਮ ਰੱਖਦਾ, ਨਾ ਹੀ ਇੰਨਾ ਦਮੜਾ ਰੱਖਦਾ। ਪਰ ਤੁਸੀਂ ਇੱਕ ਚੀਜ਼ ਨੋਟ ਕਰੋ ਕਿ ਜੇ ਐਡਾ ਵੱਡਾ ਸਾਇੰਟਿਸਟ ਇੱਥੋਂ ਦੇ ਸਿਸਟਮ ਦੀ ਚੱਕੀ ਦੇ ਵਿੱਚ ਇਸ ਤਰ੍ਹਾਂ ਪਿਸ ਸਕਦਾ, ਸਧਾਰਨ ਬੰਦੇ ਦੇ ਨਾਲ ਕੀ ਬੀਤਦੀ ਹੋਊ, ਕੀ ਗੁਜ਼ਰਦੀ ਹੋਊਗੀ, ਸਹਿਜੇ ਅੰਦਾਜ਼ਾ ਲੱਗ ਸਕਦਾ। ਜੀ ਜੀ ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ ਮਿੰਟੂ ਜੀ, ਕਹਿੰਦੇ PMC ਘੁਟਾਲੇ ਵਿੱਚ ਇੱਕ ਵਿਸਲ ਬਲੋਵਰ ਨੇ ਜਿਹੜਾ ਉਹ ਕੱਢਿਆ ਸੀਗਾ ਘੁਟਾਲਾ, ਉਹ ਵਿਸਲ ਬਲੋਵਰ ਨੇ। ਹਾਂਜੀ, ਇਹਨਾਂ ਦੀ ਰਿਪੋਰਟ ਆ ਗਈ ਹੈ, ਮੇਰੇ ਖਿਆਲ ਦੇ ਨਾਲ 32,000 ਪੇਜ ਦੀ ਰਿਪੋਰਟ ਆਈ ਆ। PMC ਉਹੀ ਆ ਜਿਹੜਾ ਬਹੁਤ ਚਰਚਿਤ ਪੰਜਾਬ ਐਂਡ ਮਹਾਰਾਸ਼ਟਰ ਕੋਆਪਰੇਟਿਵ ਸੁਸਾਇਟੀ ਵਾਲਾ ਜਿਹੜਾ ਬੈਂਕ ਸੀਗਾ, ਉਹਦੇ ਘੁਟਾਲੇ ਦਾ ਮਾਮਲਾ, ਜਿਹਦੀਆਂ ਖਬਰਾਂ ਆਪਾਂ ਬਹੁਤ ਵਾਰੀ ਕੀਤੀਆਂ ਨੇ। ਤਾਂ ਉਹਦੀ ਹੁਣ 32,000 ਪੇਜ ਦੀ ਜਿਹੜੀ ਰਿਪੋਰਟ ਆਈ ਆ, ਮੁੰਬਈ ਪੁਲਿਸ ਨੇ ਜਿਹੜੀ ਇਹ ਰਿਪੋਰਟ ਪੇਸ਼ ਕੀਤੀ ਆ, ਉਹਦੇ ਵਿੱਚ ਇਹਨਾਂ ਨੇ ਇੱਕ ਸੰਕੇਤ ਦਿੱਤਾ, ਜਾਂ ਕਹਿ ਲਓ ਕਿ ਇੱਕ ਤੱਥ ਪੇਸ਼ ਕੀਤਾ। ਉਹ ਇਹੋ ਆ ਕਿ ਅਸਲ ਦੇ ਵਿੱਚ 6500 ਕਰੋੜ ਰੁਪਏ ਦਾ ਜਿਹੜਾ ਬੈਂਕ ਦੇ ਵਿੱਚ ਘੁਟਾਲਾ ਚੱਲ ਰਿਹਾ ਸੀਗਾ, ਇਹਦੀ ਜਾਣਕਾਰੀ ਜਿਹੜੀ ਸੀਗੀ ਉਹ ਇੱਕ ਵਿਸਲ ਬਲੋਅਰ ਨੇ ਦਿੱਤੀ ਸੀਗੀ। ਔਰ ਵਿਸਲ ਬਲੋਅਰ ਕੀ ਸੀਗਾ ਕਿ ਉਹ ਬੈਂਕ ਦਾ ਹੀ ਕਰਮਚਾਰੀ ਸੀਗਾ, ਮਤਲਬ ਕਿ ਉਹ ਨਾਲ ਦਾ ਹੀ ਸੀਗਾ ਇਹਨਾਂ ਦਾ। ਹੋਇਆ ਕਿ ਇਹਨਾਂ ਦਾ ਆਪੋ ਵਿੱਚ ਦੀ ਝਗੜਾ ਪੈ ਗਿਆ। ਜਦੋਂ ਬਹਿਸ ਵਸਈਆ ਹੋਇਆ, ਅਖੀਰ ਉਹ ਬੰਦਾ ਜਿਹੜਾ ਵਿਸਲ ਬਲੋਅਰ ਸੀਗਾ, ਉਹਨੇ ਆਖਿਆ ਕਿ ਭਾਈ ਜਿਹੜੇ ਇਹ HDISL ਖਾਤੇ ਆ, ਜਿਹੜਾ ਕਿ ਪੁਆੜੇ ਦਾ ਜੜ ਸੀਗਾ, HDIL ਸ਼ਾਇਦ HDIL ਕੰਪਨੀ ਸੀਗੀ ਜਿਹਨਾਂ ਨੂੰ ਇਹਨਾਂ ਨੇ ਲੋਨ ਦਿੱਤਾ, ਤਾਂ ਉਹ ਜਿਹੜੇ ਕੁਝ ਫਰਜ਼ੀ ਖਾਤੇ ਬਣਾਏ ਗਏ ਸੀਗੇ। ਇਹਨੇ ਆਖਿਆ ਕਿ ਤੁਸੀਂ ਇਹ ਜਿਹੜੇ ਸ਼ੱਕੀ ਖਾਤੇ, ਇਹਨਾਂ ਦੀ ਜਾਣਕਾਰੀ ਹੈ ਜਿਹੜੀ ਉਹ ਦਿਓ, ਨਹੀਂ ਤੇ ਫਿਰ ਮੈਂ ਤੇ ਆਤਮ ਹੱਤਿਆ ਕਰ ਲੈਣੀ ਆ, ਮੈਂ ਮਰ ਜਾਣਾ। ਤੇ ਉਹ ਦੱਸਦੇ ਆ ਕਿ ਘਰ ਦੇ ਵਿੱਚ ਜਾ ਕੇ ਫਿਰ ਬਹਿ ਗਿਆ, ਬਾਹਰ ਨਿਕਲਿਆ ਨਹੀਂ, ਕਿਉਂਕਿ ਸ਼ਾਇਦ ਉਹਨੂੰ ਡਰ ਹੋਵੇਗਾ ਕਿ ਮੈਂ ਫਸ ਜਾਣਾ ਨਾਲ। ਤੇ ਉਹ ਜਦੋਂ ਨਹੀਂ ਆਇਆ, ਜਦੋਂ ਉਹਨੇ ਫੋਨ ਫਾਨ ਆਪਣਾ ਬੰਦ ਕਰ ਲਿਆ, ਫਿਰ ਜਿਹੜੇ ਨਾਲ ਦੇ ਸੀਗੇ ਉਹ ਵੀ ਘਬਰਾ ਗਏ। ਤੇ ਅਖੀਰ ਇਹ ਜਿਹੜੇ HDI ਵਾਲੇ ਖਾਤੇ ਸੀਗੇ, ਇਹ ਫਿਰ ਚਲੇ ਗਏ RBI ਦੇ ਕੋਲ। ਜਦੋਂ RBI ਦੇ ਕੋਲ ਇਹ ਖਾਤੇ ਗਏ ਤਾਂ ਉਹਨਾਂ ਖਾਤਿਆਂ ਤੋਂ ਫਿਰ ਸਾਰਾ ਖਾਤਾ ਖੁੱਲ ਗਿਆ ਕਿ ਅਸਲ ਦੇ ਵਿੱਚ ਤੇ ਇਹ ਖੋਤਾ ਹੀ ਖੋਲ ਕੇ ਲੈ ਗਏ ਆ। ਮਤਲਬ ਕਿ 6500 ਕਰੋੜ ਰੁਪਏ ਦਾ ਲੋਨ ਉਸ ਕੰਪਨੀ ਨੂੰ ਦੇ ਦਿੱਤਾ, ਜਿਹਦੀ ਕੰਪਨੀ ਦੀ ਕੋਈ ਔਕਾਤ, ਕੋਈ ਵਿਸਾਤ ਹੈ ਹੀ ਨਹੀਂ ਹੈ ਇਸ ਟਾਈਮ। ਤਾਂ ਉੱਥੋਂ ਫਿਰ ਇਹ ਸਾਰੀ ਘਟਨਾ ਉਜਾਗਰ ਹੋਈ ਆ। ਪਰ ਤੁਸੀਂ ਸੋਚ ਸਕਦੇ ਹੋ ਕਿ ਜੇ ਮੰਨ ਲਓ ਇਹਨਾਂ ਦਾ ਆਪਸ ਦੇ ਵਿੱਚ ਝਗੜਾ ਨਾ ਪੈਂਦਾ, ਜਾਂ ਇੱਕ ਬੰਦਾ ਇੰਨੀ ਕੁ ਦੀਦਾ ਦਲੇਰੀ ਨਾ ਕਰਦਾ, ਤੇ ਸ਼ਾਇਦ ਹੋ ਸਕਦਾ ਸੀ ਜਿਹੜਾ ਬਚਿਆ ਖੁਚਿਆ ਦਾਣਾ ਫੱਕਾ ਉਹ ਵੀ ਸਮੇਟ ਦਿੰਦੇ। ਇਹੋ ਜਿਹੇ ਸਲੱਗ ਜਿਹੇ ਹੁੰਦੇ ਆ, ਸ਼ਨੀਚਰ ਹੁੰਦੇ ਆ ਜਿਹੜੇ, ਉਹ ਫਿਰ ਕਿੱਥੇ ਟਲਦੇ ਆ। ਸੋ ਇਹ ਇੱਕ ਲੜਾਈ ਨੇ ਹੀ ਮਾਮਲਾ ਖੋਲਿਆ ਕੁੱਲ ਮਿਲਾ ਕੇ। ਵਿਸਲ ਬਲੋਅਰ ਹੈ ਜਿਹੜਾ, ਉਸ ਤੋਂ ਬਾਅਦ ਫਿਰ ਸਾਹਮਣੇ ਆਉਂਦਾ, ਉਸ ਤੋਂ ਬਾਅਦ ਇਹ ਘੁਟਾਲਾ ਜਿਹੜਾ ਖੁੱਲਦਾ। ਤੇ 32,000 ਪੇਜ ਦੀ ਰਿਪੋਰਟ ਆ। ਇਹਦੇ ਵਿੱਚ ਹੁਣ ਕਿੰਨੇ ਕੁ ਹੋਰ ਦੋਸ਼ੀ ਬਣਾਏ ਜਾਂਦੇ, ਕਿੰਨਿਆਂ ਕੁ ਨੂੰ ਹੋਰ ਨੂੰ ਇਹ ਨਰੜਾ ਚਾੜਦੇ ਆ, ਇੰਤਜ਼ਾਰ ਕਰਦੇ ਆ। ਪਰ ਜਿਹੜੇ ਉਸ ਬੈਂਕ ਦੇ ਵਿੱਚ ਆਪਣੀ ਪੂੰਜੀ ਲਾ ਕੇ ਬੈਠੇ ਸੀਗੇ, ਜਿਹੜੀ ਉਹਨਾਂ ਦੇ ਨਾਲ ਹੋਈ, ਮੇਰੇ ਖਿਆਲ ਦੇ ਨਾਲ 7-8 ਤੇ ਮੌਤਾਂ ਹੀ ਹੋ ਗਈਆਂ ਉਹਨਾਂ ਦੀਆਂ, ਕਿਉਂਕਿ ਉਹਨਾਂ ਦਾ ਸਾਰਾ ਪੈਸਾ ਜਿਹੜਾ ਸੀ ਸਟਕ ਹੋ ਗਿਆ। ਜ਼ਿੰਦਗੀ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਬੈਂਕ ਖਾਤਿਆਂ ਦੇ ਨਾਲ ਜੁੜੀ ਆ। ਜੇ ਬੈਂਕ ਦੇ ਬੈਲੈਂਸ ਵਿੱਚ ਜ਼ੀਰੋ ਆ ਤਾਂ ਤੁਹਾਡੀ ਜ਼ਿੰਦਗੀ ਵੀ ਜ਼ੀਰੋ ਆ। ਬੈਂਕ ਬੈਲੈਂਸ ਮੋਟਾ ਤੇ ਉਹ ਬੰਦੇ ਦੇ ਚਿਹਰੇ ਤੇ ਰੂਹਾਨੀ ਨੂਰ ਜਿਹੜਾ ਦੌੜਦਾ ਰਹਿੰਦਾ। ਲੋਕੀ ਕਹਿੰਦੇ ਆ ਕਿ ਬੜਾ ਆਸ਼ਾਸ਼ ਕਰਦਾ ਫਿਰਦਾ, ਅਸਲ ਦੇ ਵਿੱਚ ਅੰਦਰ ਦਾ ਕਿਹੜਾ ਹੁੰਦਾ। ਤੇ ਜਦੋਂ ਤੁਹਾਡੇ ਕੋਲ ਪੈਸਾ ਹੋਵੇ ਵੀ
ਤੇ ਸਾਹਮਣੇ ਉਹ ਬੈਂਕ ਆ ਕੇ ਮਿਲਣਾ ਤੁਹਾਨੂੰ ਕੱਖ ਨਹੀਂ ਹੈ, ਤਾਂ ਤੁਸੀਂ ਦੇਖੋ ਕਿ ਤੁਹਾਡੀ ਜ਼ਿੰਦਗੀ ਕਿਹੋ ਜਿਹੀ ਹੋਏਗੀ। ਇੱਕ ਬਹੁਤ ਵੱਡਾ ਮੇਰੇ ਖਿਆਲ ਦੇ ਨਾਲ ਬੰਦਾ ਸੀਗਾ, ਪਹਿਲਾਂ ਏਅਰ ਲਾਈਨ ਦੇ ਨਾਲ ਹੀ ਜੁੜਿਆ ਸੀਗਾ, ਪਾਇਲਟ ਸੀਗਾ ਉਹ, ਤੇ ਉਹਦਾ ਵੀ 90 ਕੁ ਲੱਖ ਰੁਪਈਆ ਸੀਗਾ। ਪਰ ਜਦੋਂ ਉਹਦੀ ਜ਼ਿੰਦਗੀ ਡਾਵਾਡੋਲ ਹੋਈ, ਉਹਦਾ ਬੱਚਿਆਂ ਦਾ ਸਕੂਲਿੰਗ ਵਾਲਾ ਕੰਮ ਜਿਹੜਾ ਸੀਗਾ ਉਹ ਵੀ ਰੁਕ ਗਿਆ, ਤੇ ਅਖੀਰ ਉਹਦੀ ਵੀ ਮੌਤ ਹੋ ਗਈ ਸੀ। ਜੋ ਆਹ ਚੀਜ਼ਾਂ ਚੱਲਦੀਆਂ ਪਈਆਂ ਨੇ, ਇਹਨਾਂ ਚੀਜ਼ਾਂ ਦਾ ਤਾਂ ਕੋਈ ਹੱਲ ਨਹੀਂ। ਹਾਂ ਠੀਕ ਆ, ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਇਹ ਸਜ਼ਾ ਵੀ ਦੇ ਦੇਣਗੇ, ਉਹਨਾਂ ਨੂੰ ਜੇਲ੍ਹ 'ਚ ਵੀ ਕਰ ਦੇਣਗੇ, ਪਰ ਜੋ ਪੀੜਤ ਪਰੇਸ਼ਾਨ ਹੋਏ, ਜਿਹੜੇ ਮਰ ਗਏ ਖੱਪ ਗਏ ਆ, ਉਹਨਾਂ ਦੀ ਭਰਪਾਈ ਕੋਈ ਨਹੀਂ ਕਰ ਸਕੇਗਾ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ ਹਾਂ, ਕਹਿੰਦੇ ਜੌੜਾ ਫਾਟਕ ਘਟਨਾ ਮੈਜਿਸਟ੍ਰੇਟ ਪੜਤਾਲ ਆਈ ਸਾਹਮਣੇ। ਦੇਖੋ ਇਹ ਜਿਹੜੀ ਹੈਗੀ ਸੀਗੀ ਨਾ ਜੌੜਾ ਫਾਟਕ ਵਾਲੀ ਘਟਨਾ, ਇਹਦੇ ਵਿੱਚ ਇਹਨਾਂ ਨੇ ਕੀ ਕੀਤਾ ਸੀਗਾ ਕਿ ਆਖਿਆ ਕਿ 4 ਹਫ਼ਤਿਆਂ ਦੇ ਅੰਦਰ ਅੰਦਰ ਜੀ ਸਾਰੀ ਰਿਪੋਰਟ ਜਿਹੜੀ ਆ ਉਹ ਬਣਾ ਕੇ ਦੇਣਗੇ। ਤਾਂ ਉਦੋਂ ਜਿਹੜੀ ਡਿਊਟੀ ਲੱਗੀ ਸੀਗੀ ਉਹ ਜਲੰਧਰ ਡਿਵੀਜ਼ਨ ਦੇ ਮੈਜਿਸਟ੍ਰੇਟ ਆ ਜਿਹੜੇ ਵੀ ਪ੍ਰਸ਼ਾਰਤ, ਉਹਨਾਂ ਦੀ ਲੱਗੀ ਸੀਗੀ। ਤੁਹਾਨੂੰ ਸਭ ਨੂੰ ਯਾਦ ਹੋਣਾ ਕਿ ਇਹਦੇ ਵਿੱਚ ਬਹੁਤ ਜਾਨਾਂ ਚਲੇ ਗਈਆਂ ਸੀ। ਜਿਹੜੀ ਇਹ ਘਟਨਾ ਘਟੀ ਸੀਗੀ 2018 ਦਾ, ਮੇਰੇ ਖਿਆਲ ਦੇ ਨਾਲ ਦੁਸਹਿਰੇ ਵਾਲਾ ਦਿਨ ਸੀਗਾ, 2018 ਦੀ ਉਹ ਗੱਲ ਆ। ਤਾਂ ਉਸ ਵਕਤ 58 ਲੋਕ ਜਿਹੜੇ ਆ ਉਹ ਮਰੇ ਸਨ। ਤਾਂ ਇਹਨਾਂ ਨੇ ਆਖਿਆ ਸੀਗਾ ਕਿ 4 ਹਫ਼ਤਿਆਂ ਦੇ ਅੰਦਰ ਅੰਦਰ ਅਸੀਂ ਰਿਪੋਰਟ ਪੇਸ਼ ਕਰਾਂਗੇ ਕਿ ਕਿਹਦੀ ਕੁਤਾਹੀ ਆ, ਕੌਣ ਜ਼ਿੰਮੇਵਾਰ ਆ। ਹੁਣ ਖੁਲਾਸਾ ਇਹ ਹੋਇਆ ਕਿ ਰਿਪੋਰਟ ਤੇ ਆ ਗਈ ਸੀਗੀ, ਪਰ ਜਿਹੜੇ ਇਸ ਸੂਬੇ ਦੇ ਮਹਾਨ ਮੁੱਖ ਮੰਤਰੀ ਆ ਕੈਪਟਨ ਅਮਰਿੰਦਰ ਸਿੰਘ ਜੀ, ਉਹਨਾਂ ਨੇ ਇਹ ਜਿਹੜੀ ਰਿਪੋਰਟ ਆ, ਉਹਨਾਂ ਦੀ ਸਰਕਾਰ ਨੇ ਇਹ ਰਿਪੋਰਟ ਜਿਹੜੀ ਆ ਉਹ ਠੰਡੇ ਬਸਤੇ 'ਚ ਪਾਈ ਰੱਖੀ। ਬਹਰਹਾਲ ਜਿਹੜੇ ਮਨੁੱਖੀ ਅਧਿਕਾਰਾਂ ਦੇ ਨਾਲ ਜੁੜੇ ਆ, ਬਹੁਤ ਵਧੀਆ ਵਕੀਲ ਆ, ਬਹੁਤ ਵਧੀਆ ਕੰਮ ਕਰਦੇ ਆ, ਯਾਨੀ ਚੀਫ ਇਨਵੈਸਟੀਗੇਟਰ ਵੀ ਹੈ ਇਹੋ ਜਿਹੇ ਮਾਮਲਿਆਂ 'ਚ, ਸਰਬਜੀਤ ਸਿੰਘ ਵੇਰਕਾ, ਉਹਨਾਂ ਨੇ ਹੁਣ ਇਹਨਾਂ ਨੂੰ ਚੇਤਾਵਨੀ ਦਿੱਤੀ ਆ ਕਿ ਭਾਈ ਇਹ ਜਿਹੜੀ ਰਿਪੋਰਟ ਤੁਸੀਂ ਦਬਾ ਕੇ ਬੈਠੇ ਸੀ, ਇਹਦੇ ਵਿੱਚ 23 ਜਾਣਿਆਂ ਦੇ ਨਾਂ ਸ਼ਾਮਲ ਆ, ਔਰ ਉਹਨਾਂ ਨਾਵਾਂ ਦੇ ਵਿੱਚ ਆਯੋਜਕ ਵੀ ਸ਼ਾਮਲ ਨੇ। ਆਯੋਜਕ ਮਤਲਬ ਮਿੱਠੂ ਦਾ ਨਾਂ ਆਉਂਦਿਆਂ ਹੀ ਲੋਕਾਂ ਦੇ ਜਿਹੜੇ ਮਨ ਆ ਥੋੜੇ ਮੂੰਹ ਆ ਜਿਹੜੇ ਕੌੜੇ ਹੋ ਜਾਂਦੇ ਆ, ਕਿਉਂਕਿ ਇਹ ਉਹੀ ਬੰਦਾ ਸੀਗਾ ਜਿਹੜਾ ਨਵਜੋਤ ਸਿੰਘ ਸਿੱਧੂ ਫੈਮਿਲੀ ਦੇ ਬਹੁਤ ਨਜ਼ਦੀਕੀ ਸੀਗਾ, ਤੇ ਸਾਰਾ ਆਯੋਜਨ ਇਹਨੇ ਹੀ ਕਰਾਇਆ ਸੀਗਾ, ਇਹਨੇ ਹੀ ਬੀਬੀ ਸਿੱਧੂ ਨੂੰ ਉੱਥੇ ਸੱਦਿਆ ਸੀਗਾ। ਹਾਲਾਂਕਿ ਅਕਾਲੀਆਂ ਦਾ ਜ਼ੋਰ ਇਸ ਗੱਲ ਨੂੰ ਲੱਗਾ ਸੀਗਾ ਕਿ ਕਿਸੇ ਢੰਗ ਦੇ ਨਾਲ ਸਿੱਧੂ ਫੈਮਿਲੀ ਵੀ ਜਿਹੜੀ ਆ ਉਹ ਕਾਬੂ ਹੇਠ ਆ ਜਾਵੇ, ਪਰ ਜਿਹੜੀ ਰਿਪੋਰਟ ਹੈ, ਰਿਪੋਰਟ ਦੇ ਵਿੱਚ ਮਿੱਠੂ ਬਦਾਣ ਦਾ ਨਾਂ ਜ਼ਰੂਰ ਸ਼ਾਮਲ ਆ, ਸਿੱਧੂ ਫੈਮਿਲੀ ਦਾ, ਜਿਹੜਾ ਕਿ ਅਤੀ ਨਜ਼ਦੀਕੀ ਆ। ਤੇ ਦੂਸਰੇ ਹੋਰ ਵੀ ਨਾਂ ਆ, ਜੇ ਆਪਾਂ ਲਈਏ 23 ਨਾਂ ਕਾਫੀ ਬਣ ਜਾਂਦੇ ਆ। ਜਿੱਦਾਂ ਕਮੇਟੀ ਦਾ ਉਹ ਜਿਹੜਾ ਹੁੰਦੇ ਆ, ਤੁਹਾਨੂੰ ਪਤਾ ਹੀ ਹੈ ਸ਼ਹਿਰਾਂ ਦੇ ਵਿੱਚ ਬਣੀਆਂ ਹੁੰਦੀਆਂ ਨਾ ਦੁਸਹਿਰਾ ਕਮੇਟੀਆਂ ਵਗੈਰਾ, ਤਾਂ ਇਹਨਾਂ ਦਾ ਜਿਹੜਾ ਕੋਈ ਜਨਰਲ ਸੈਕਟਰੀ ਆ, ਕੋਈ ਸੈਕਟਰੀ ਆ, ਕੋਈ ਇਸ ਤਰ੍ਹਾਂ ਕੋਈ ਪ੍ਰੈਸ ਦਾ ਜਿਹੜਾ ਸੈਕਟਰੀ ਆ, ਉਹ ਸਾਰੇ ਵਿੱਚ ਸ਼ਾਮਲ ਕੀਤੇ ਗਏ ਆ। 23 ਜਣੇ ਨਾਂ ਜਿਹੜੇ ਆ ਉਹ ਇਹਦੇ ਵਿੱਚ ਨਾਮਜ਼ਦ ਕੀਤੇ ਗਏ ਆ ਰਿਪੋਰਟ ਦੇ ਵਿੱਚ। ਪਰ ਸਭ ਤੋਂ ਵੱਡੀ ਗੱਲ ਤੇ ਵੇਖਣ ਵਾਲੀ ਇਹ ਵਾ ਕਿ ਰਿਪੋਰਟ ਜਿਹੜੀ ਆ ਸਰਕਾਰ ਨੇ ਨੱਪ ਲਈ, ਜਦ ਕਿ ਇਹਨਾਂ ਦਾ ਦਾਅਵਾ ਸੀਗਾ ਕਿ ਅਸੀਂ ਸਾਰਾ ਕੁਛ ਜਿਹੜਾ ਉਹ ਜਲਦੀ ਕਰਾਂਗੇ। ਪਰ ਕੌਣ ਕਰਦਾ? ਨਵਜੋਤ ਸਿੰਘ ਸਿੱਧੂ ਨੇ ਵੀ ਆਖਿਆ ਸੀਗਾ ਕਿ ਮੈਂ ਬੱਚਿਆਂ ਨੂੰ ਗੋਦ ਲੈਣਾ ਜੀ, ਉਹ ਕਰਦਾ ਫਲਾਹ ਕਰਦਾ। ਉਹ ਵਿਚਾਰੇ ਠੰਡ ਦੇ ਵਿੱਚ ਧਰਨੇ ਲਾ ਕੇ ਬੈਠੇ ਵੀ ਸਾਡੀ ਕੋਈ ਗੱਲ ਹੀ ਨਹੀਂ ਸੁਣਦਾ। ਇਹ ਕਹਿੰਦੇ ਨੌਕਰੀ ਦਿਆਂਗੇ, ਫਲਾਹ ਕਰਾਂਗੇ, ਧਮਕਾਂ ਕਰਾਂਗੇ। ਤਾਂ ਮੇਰੇ ਖਿਆਲ ਦੇ ਨਾਲ ਰਿਪੋਰਟ ਸ਼ਾਇਦ ਇਸੇ ਕਰਕੇ ਨੱਪੀ ਗਈ ਕਿਉਂਕਿ ਉਦੋਂ ਨਵਜੋਤ ਸਿੰਘ ਸਿੱਧੂ ਦਾ ਵਕਾਰ ਤੇ ਰੁਤਬਾ ਜਿਹੜਾ ਮਰਤਬਾ ਸੀ ਕੁਛ ਹੋਰ ਟਾਈਪ ਦਾ ਸੀਗਾ। ਤਾਂ ਉਸ ਤੋਂ ਬਾਅਦ ਫਿਰ ਚੀਜ਼ਾਂ ਬਦਲੀਆਂ, ਪਰ ਫਿਰ ਵੀ ਨਵਜੋਤ ਸਿੰਘ ਸਿੱਧੂ ਕਰਕੇ ਹੀ ਸ਼ਾਇਦ ਕਿਤੇ ਨਾ ਕਿਤੇ ਇਹ ਰਿਪੋਰਟ ਜਿਹੜੀ ਆ ਉਹ ਨਹੀਂ ਦੱਬੀ ਗਈ। ਹੋਰ ਵੀ ਕੁਛ ਲਿੰਕ ਹੋ ਸਕਦੇ ਆ ਕਿਉਂਕਿ ਨਵਜੋਤ ਸਿੰਘ ਸਿੱਧੂ ਦਾ ਤੇ ਬਾਅਦ ਦੇ ਵਿੱਚ ਤੁਹਾਨੂੰ ਪਤਾ ਹੀ ਜਿਸ ਤਰ੍ਹਾਂ ਦਾ ਇਹਨਾਂ ਦੇ ਨਾਲ ਬਵਾਲ ਹੋਇਆ, ਤਾਂ ਕੁਛ ਹੋਰ ਵੀ ਕਾਰਨ ਰਹੇ ਹੋਣਗੇ। ਕਿਉਂਕਿ ਹੁਣ ਜੇ ਇੱਕ ਮਿੱਠੂ ਕਾਂਗਰਸੀ ਹੈ ਤਾਂ ਹੋ ਸਕਦਾ ਨਾਲ ਹੋਰ ਵੀ ਕਈ ਕਾਂਗਰਸੀ ਹੋਣ, ਕਿਉਂਕਿ ਇਸ ਤਰ੍ਹਾਂ ਦੇ ਆਯੋਜਨ ਜਿਹੜੇ ਆ ਉਹ ਤੁਹਾਨੂੰ ਪਤਾ ਸਿਆਸੀ ਲੋਕ ਹੀ ਕਰਦੇ ਆ। ਪਰ ਜੋ ਵੀ ਆ ਬਹੁਤ ਮਾੜੀ ਕੀਤੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਕਿ ਇੱਕ ਤੇ ਉਹਨਾਂ ਨੂੰ ਜੋ ਐਲਾਨ ਕੀਤੇ ਸੀ, ਐਲਾਨ ਦੇ ਮੁਤਾਬਕ ਉਹ ਵਾਅਦੇ ਜਿਹੜੇ ਉਹ ਖਰੇ ਨਹੀਂ ਕਰਕੇ ਦਿੱਤੇ ਗਏ। ਦੂਜੀ ਚੀਜ਼ ਇਹ ਆ ਕਿ ਜਿਹੜੀ ਰਿਪੋਰਟ ਵੀ ਸੀਗੀ ਉਸ ਰਿਪੋਰਟ ਨੂੰ ਵੀ ਦਬਾ ਲਿਆ ਗਿਆ। ਜੀ ਜੀ ਜੀ। ਅਗਲੀ ਗੱਲ ਫਿਰ ਪੰਜਾਬ ਸਰਕਾਰ ਦੀ ਹੋਈ ਕਰਦੇ, ਕਹਿੰਦੇ ਪੰਜਾਬ ਦੇ ਵਿੱਚ ਕੁਸ਼ਾਸਨ ਦਾ ਬੋਲਬਾਲ ਦਾ ਆਂਕੜਿਆਂ ਤੋਂ ਖੁਲਾਸਾ। ਭਾਈ ਮੈਂ ਨਹੀਂ ਕਹਿੰਦਾ। ਬਿਲਕੁਲ ਜੀ, ਆਂਕੜੇ ਬੋਲਦੇ ਆ ਤੇ ਜਦੋਂ ਆਂਕੜੇ ਬੋਲਦੇ ਆ ਫਿਰ ਵੱਡਿਆਂ ਦੀ ਬੋਲਤੀ ਬੰਦ ਹੋ ਜਾਂਦੀ ਆ। ਤੇ ਚੰਗੇ ਸ਼ਾਸਨ ਸੰਬੰਧੀ ਜਾਰੀ ਹੋਏ ਅੰਕੜਿਆਂ ਵਿੱਚੋਂ ਜਿਹੜੇ 18 ਵੱਡੇ ਸੂਬੇ ਆ, ਦੇਸ਼ ਦੇ 18 ਵੱਡੇ ਸੂਬੇ ਆ, ਉਹਨਾਂ ਵਿੱਚੋਂ ਪੰਜਾਬ ਜਿਹੜਾ ਕੁੱਲ ਮਿਲਾ ਕੇ 13ਵੇਂ ਪੌੜ ਤੇ ਆ, 13ਵੇਂ ਦਰਜੇ ਤੇ ਆ। ਤੇ ਇਹਦੇ ਵਿੱਚ ਗੁਆਂਢੀ ਸੂਬਾ ਜਿਹੜਾ ਯਾਨੀ ਸਾਡਾ ਹਰਿਆਣਾ ਤੇ ਹਿਮਾਚਲ, ਉਹ ਸਾਡੇ ਤੋਂ ਕਿਤੇ ਅੱਛੇ ਨੇ।
ਕਿਤੇ ਅੱਛੇ ਨੇ। ਇਹ ਹੁਣ ਜੇ ਤੁਸੀਂ ਵੇਖੋ ਹਰਿਆਣੇ ਦੀ ਦਰਜਾਬੰਦੀ 7ਵੇਂ ਸਥਾਨ ਤੇ ਆ, ਹਿਮਾਚਲ ਤੇ ਜਾਂ ਉੱਤਰੀ ਪੂਰਬੀ ਜਿਹੜੇ ਹੋਰ ਹੈਗੇ ਆ ਉਹ ਮਤਲਬ ਕਿ ਪਹਾੜੀ ਸੂਬਿਆਂ ਦੇ ਵਿੱਚ ਉਹ ਅਵਲ ਆ। ਆਰਥਿਕ ਮੰਦਹਾਲੀ ਜਿਹੜੀ ਆ ਉਹ ਇਸ ਕਦਰ ਇਸ ਸੂਬੇ ਤੇ ਭਾਰੀ ਆ ਕਿ ਦੱਸਦੇ ਆ ਕਿ 0.37 ਅੰਕ ਹਾਸਲ ਕਰਕੇ ਇਹ ਆਖਰੀ ਸਥਾਨ ਤੇ ਆ ਪੰਜਾਬ, ਆਖਰੀ ਸਥਾਨ ਤੇ ਇਸ ਦਰਜਾਬੰਦੀ ਦੇ ਵਿੱਚ। ਹਰਿਆਣੇ ਨੂੰ 8ਵਾਂ ਦਰਜਾ ਪ੍ਰਾਪਤ ਹੈ ਜਦਕਿ ਹਿਮਾਚਲ ਨੂੰ 4ਥਾ। ਜੇ ਵਪਾਰ ਤੇ ਉਦਯੋਗ ਦੀ ਗੱਲ ਕਰੋਗੇ ਤਾਂ ਇੱਥੇ ਪੰਜਾਬ ਨੂੰ ਹੇਠਲੇ ਪੱਧਰ ਤੋਂ ਦੂਜਾ ਦਰਜਾ ਹਾਸਲ ਹੋਇਆ। ਮਤਲਬ ਕਿ ਜਿਵੇਂ ਕਹਿੰਦਾ ਨਹੀਂ ਕੋਈ ਬੱਚਾ ਆਇਆ ਘਰੇ ਦੌੜਿਆ ਕਹਿੰਦਾ ਕਿ ਪਾਪਾ ਮੈਂ ਦੌੜ ਚੋਂ ਫਸਟ ਆਇਆ, ਦੌੜ ਚੋਂ ਸੈਕਿੰਡ ਆਇਆ। ਤੇ ਉਹਨੇ ਆਖਿਆ ਕਿੰਨੇ ਜਾਣੇ ਦੌੜੇ ਸੀ? ਉਹਨੇ ਕਿਹਾ 2 ਹੀ ਦੌੜੇ ਸਾਂ। ਤੇ ਇਹ ਸੈਕਿੰਡ ਆਏ ਆ ਪਰ ਪਿੱਛੋਂ ਆਏ ਫਾਡੀਆਂ ਚੋਂ ਸੈਕਿੰਡ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਵੱਡੇ ਵੱਡੇ ਦਾਅਵੇ ਕਰਦੇ ਸੀਗੇ। ਜਦਕਿ ਇਸ ਮਾਮਲੇ 'ਚ ਹਰਿਆਣੇ ਨੂੰ 5ਵਾਂ ਤੇ ਹਿਮਾਚਲ ਨੂੰ 2ਰਾ ਦਰਜਾ ਹਾਸਲ ਹੋਇਆ। ਵੈਸੇ ਉਹਨਾਂ ਨੇ ਰਾਇਤਾਂ ਵੀ ਕਾਫੀ ਦਿੱਤੀਆਂ ਹੋਈਆਂ ਨੇ ਉਦਯੋਗ ਵਾਲੇ ਖੇਤਰ 'ਚ। ਤੇ ਜੇ ਖੇਤੀ ਪ੍ਰਧਾਨ ਸੂਬੇ ਦੀ ਗੱਲ ਖੇਤੀ ਦੇ ਮਾਮਲੇ 'ਚ ਕਰੀਏ ਤੇ ਇੱਥੇ ਵੀ ਦਰਜਾਬੰਦੀ 'ਚ ਕੋਈ ਹਾਲ ਚੰਗਾ ਨਹੀਂ ਰਿਹਾ। ਇਸ ਦਰਜਾਬੰਦੀ 'ਚ ਪੰਜਾਬ ਨੂੰ 15ਵੀਂ ਥਾਂ ਮਿਲੀ ਆ, ਹਰਿਆਣਾ 5ਵੇਂ ਤੇ ਹਿਮਾਚਲ 2ਰੇ ਸਥਾਨ ਤੇ ਆ। ਮਨੁੱਖੀ ਸਰੋਤ ਵਿਕਾਸ ਦੇ ਮਾਪਦੰਡਾਂ ਵਿੱਚ ਪੰਜਾਬ ਨੇ ਹਰਿਆਣਾ ਨੂੰ 1 ਦਰਜਾ ਪਿੱਛੇ ਛੱਡਦਿਆਂ 2ਜੀ ਥਾਂ ਹਾਸਲ ਕੀਤੀ ਹੈ, ਯਾਨੀ ਇੱਥੇ ਵਧੀਆ ਰਹੇ ਆ। ਤਾਂ ਕੁੱਲ ਮਿਲਾ ਕੇ ਸਿਹਤ ਦੇ ਖੇਤਰ ਵਿੱਚ ਪੰਜਾਬ ਨੇ 5ਵਾਂ ਨੰਬਰ ਹਾਸਲ ਕੀਤਾ ਜਦਕਿ ਇਸ ਖੇਤਰ 'ਚ ਹਰਿਆਣੇ ਨੂੰ 11ਵਾਂ ਥਾਂ ਹਾਸਲ ਹੋਇਆ। ਤਾਂ ਇੱਕਾ ਦੁੱਕਾ ਐਸੇ ਖੇਤਰ ਹਨ ਜਿੱਥੇ ਅਸੀਂ ਸਟੈਂਡ ਕਰਦੇ ਹਾਂ ਵਧੀਆ ਸੂਬਿਆਂ ਦੇ ਵਿੱਚ, ਪਰ ਬਹੁਤੇ ਹਾਲਾਤ ਜਿਹੜੇ ਤੁਸੀਂ ਦੇਖ ਹੀ ਲੈ ਕਿ ਖੇਤੀ ਨੂੰ ਲੈ ਲਓ, ਸ਼ਾਸਨ ਨੂੰ ਲੈ ਲਓ, ਜੋ ਪ੍ਰਸ਼ਾਸਕੀ ਸਿਸਟਮ ਹੁੰਦਾ ਉਹਨੂੰ ਲੈ ਲਓ, ਉਦਯੋਗ ਨੂੰ ਲੈ ਲਓ, ਉਹਨਾਂ ਮਾਮਲਿਆਂ ਦੇ ਵਿੱਚ ਅਸੀਂ ਫਾਡੀ ਹਾਂ। ਤੇ ਜੇ ਆਪਾਂ ਗੱਲ ਕਰੀਏ ਸਿੱਖਿਆ ਸੁਧਾਰ ਕਿਸ ਤਰ੍ਹਾਂ ਦੇ ਚੱਲਦੇ ਪਏ ਉਹਦੇ ਵਿੱਚ ਵੀ ਆਪਾਂ ਦੇਖਾਂਗੇ ਠੀਕ ਹੈ ਸਿੱਖਿਆ ਦੇ ਮਾਮਲੇ 'ਚ ਅਸੀਂ ਥੋੜ੍ਹਾ ਜਿਹਾ ਅੱਗੇ ਹੋ ਸਕਦੇ ਹਾਂ ਕੁਛ ਸੂਬਿਆਂ ਤੋਂ, ਪਰ ਕੁੱਲ ਮਿਲਾ ਕੇ ਸੁਧਾਰਾਂ ਦੇ ਮਾਮਲਿਆਂ 'ਚ ਵੀ ਅਸੀਂ ਫਾਡੀ ਹਾਂ। ਤਾਂ ਕਹਿਣ ਦਾ ਮਤਲਬ ਇਹ ਆ ਕਿ ਜੋ ਮਰਜ਼ੀ ਕਰੀ ਜਾਣ, ਜੋ ਮਰਜ਼ੀ ਆਖੀ ਜਾਣ ਇੱਥੋਂ ਦੇ ਹਾਕਮ, ਉਹਨਾਂ ਦੇ ਪੱਲੇ ਹੈ ਨਹੀਂ ਕੱਖ ਵੀ, ਪੱਲੇ ਨਹੀਂ ਧੇਲਾ ਕਰਦੀ ਮੇਲਾ ਬਸ ਉਹ ਮੇਲਾ ਕਰਨ ਜੋਗੇ ਹੀ ਹੈਗੇ ਆ। ਕੁਛ ਨਹੀਂ ਕੀਤਾ, ਕੱਖ ਨਹੀਂ ਸਵਾਰਿਆ। ਇਹ ਇੱਕ ਵਾਰੀ ਵੱਜੀ ਆ, ਕੁਰਸੀਆਂ ਤੋਂ ਸਰੀਰ ਬਦਲ ਜਾਂਦੇ ਆ ਪਰ ਪੰਜਾਬ ਦੀ ਤਕਦੀਰ ਨਹੀਂ ਬਦਲਦੀ। ਤਾਂ ਤਕਦੀਰ ਵੀ ਬਦਲਣ ਦੀ ਜ਼ਰੂਰਤ ਹੈ, ਪੰਜਾਬ ਦੀ ਤਸਵੀਰ ਵੀ ਬਦਲਣ ਦੀ ਜ਼ਰੂਰਤ ਹੈ। ਪਰ ਸਭ ਤੋਂ ਵੱਡੀ ਗੱਲ ਹੈ ਕਿ ਉਹ ਤੁਹਾਡੇ ਕੋਲ ਤਦਬੀਰ ਹੋਣੀ ਚਾਹੀਦੀ ਆ। ਤਦਬੀਰ ਦਾ ਮਤਲਬ ਢੰਗ ਹੋਣਾ ਚਾਹੀਦਾ, ਜਿਹੜਾ ਇਹਨਾਂ ਦੇ ਕੋਲ ਨਹੀਂ ਹੈ। ਇਹਨਾਂ ਨੂੰ ਸਿਰਫ ਤੇ ਸਿਰਫ ਇੱਕੋ ਢਿੱਡ ਦੇ ਨਾਲ ਆ। ਉਹ ਆਂਦੇ ਹੁੰਦੇ ਨਾ ਕਹਾਵਤ ਆ ਪੰਜਾਬੀ 'ਚ, ਜੀਓ ਢਿੱਡਾ ਜੀ ਤੁਈਓ ਪੁੱਤਰ ਤੁਈਓ ਧੀ। ਇਹਨਾਂ ਲਈ ਪੁੱਤਰ ਤੇ ਧੀ ਢਿੱਡ ਹੀ ਆਪਦਾ। ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ ਹਾਂ, ਕਹਿੰਦੇ ਪੁਲਿਸ ਨੇ ATM ਬਚਾਉਣ ਦੇ ਲਈ ਨਵੀਂ ਤਰਕੀਬ ਲਈ। ਹਾਂ, ਇਹਨਾਂ ਨੇ ਤਦਬੀਰ ਵਧੀਆ ਬਣਾ ਲਈ ਆ। ਅਸਲ ਦੇ ਵਿੱਚ ਕੀ ਆ ਕਿ ਇਹਨਾਂ ਦਿਨਾਂ ਦੇ ਵਿੱਚ ਨਾ ATM ਵਗੈਰਾ ਬਹੁਤ ਲੁੱਟੇ ਜਾਂਦੇ ਆ। ਪੰਜਾਬ ਦੇ ਵਿੱਚ ਲੁਟੇਰੇ ਵੀ ਥੋੜੇ ਜਿਹੇ ਨਾ ਦਬੰਗ ਕਿਸਮ ਦੇ ਆ। ਉਹ ਕਈ ਵਾਰ ਪਾ ਕੇ ਨਾ ਪਟਾ ਜਿਹਾ ਉਹ ਜਿਹੜੀਆਂ ਮਸ਼ੀਨਾਂ ਜਿਹੀਆਂ ਹੁੰਦੀਆਂ ਸਿੱਧਾ ਲੈ ਹੀ ਜਾਂਦੇ ਆ। ਸਵੇਰੇ ਜਦੋਂ ਆ ਕੇ ਵਹਿੰਦੇ ਆ ਤੇ ਲੋਕ ਕਹਿੰਦੇ ਆ ਕਿ ਕਮਾਲ ਦੀ ਗੱਲ ਆ, ਵਿੱਚ ਦੀ ਕੋਈ ਕਰੇਨ ਲੰਘ ਗਈ, ATM ਤੇ ਹੈ ਹੀ ਨਹੀਂਗਾ, ਉੱਥੇ ਠੱਠਾ ਠੁੱਠਾ ਪਿਆ। ਤੇ ਖੈਰ ਇਹ ਇਸ ਤਰ੍ਹਾਂ ਦੀਆਂ ਜਿਹੜੀਆਂ ਵਾਰਦਾਤਾਂ ਰੁਕਦੀਆਂ ਤੇ ਹੈ ਹੀ ਨਹੀਂ ਆ। ਹੁਣ ਇਹਨਾਂ ਨੇ ਤਰਕੀਬ ਲੜਾਈ ਆ, ਜਿਹੜੀ ਪੁਲਿਸ ਹੈਗੀ ਆ ਜਗਰਾਉਂ ਏਰੀਏ ਦੀ, ਉਹਨਾਂ ਨੇ ਚੱਕ ਕੇ ਤੇ ਵੱਡੇ ਵੱਡੇ ਪੱਥਰ ਰੱਖ ਦਿੱਤੇ ATMਾਂ ਦੇ ਸਾਹਮਣੇ। 100 ਕਿਲੋ ਦੇ, ਕੁਆਂਟਲ ਦੇ। ਕਹਿੰਦੇ ਕਿ ਛੇਤੀ ਕਿਤੇ ਪਾਸੇ ਨਹੀਂ ਹੋਣਗੇ, ਕਰੇਨ ਕਰੂਨ ਹੀ ਲਿਆਉਣਗੇ ਨਾ। ਜੇ ਲੁਟੇਰੇ ਏਡੇ ਵੱਡੇ ਪੱਥਰ ਹੋਣ, ਕੋਈ ਲੁਟੇਰੇ ਹੁਣ ਸ਼ਕਤੀਮਾਨ ਤੇ ਹੈ ਨਹੀਂ ਗੇ, ਚੱਕ ਕੇ ਕਰ ਦੇਣਗੇ। ਕੋਈ ਸੁਪਰਮੈਨ ਤੇ ਹੈ ਨਹੀਂ ਗੇ। ਉਹ ਕਰੇਨ ਲਿਆਉਣਗੇ, ਕੋਈ ਵੱਡੀ ਮਸ਼ੀਨਰੀ ਲਿਆਉਣਗੇ, ਉਹਦੀ ਠਾ ਹੋਊ, ਤੜਾਕ ਹੋਊ, ਉਹਦੀ ਫਿਰ ਗਵਾਂਢੀਆਂ ਨੂੰ ਲੱਗ ਜੂ ਭਿਣਕ, ਉਹ ਸਾਨੂੰ ਦੱਸ ਦੇਣਗੇ। ਦੈਟਸ ਇਟ, ਅਸੀਂ ਪਹੁੰਚਾਂਗੇ, ਉਹਨਾਂ ਨੂੰ ਆਪਾਂ ਦਬੋਚ ਲਵਾਂਗੇ। ਸੋ ਇਹ ਇਹਨਾਂ ਦੇ ਆਈਡੀਆਜ਼ ਨੇ। ਮੇਰੇ ਖਿਆਲ ਦੇ ਨਾਲ ਇਹ ਕਿਸੇ ਕੌਮਾਂਤਰੀ ਸੰਮੇਲਨ 'ਚ, ਕੌਮਾਂਤਰੀ ਮੁਕਾਬਲੇ 'ਚ ਜ਼ਰੂਰ ਉੱਥੇ ਭੇਜਣੇ ਚਾਹੀਦੇ ਆ, ਕਿਉਂਕਿ ਇਹਨਾਂ ਨੂੰ ਕੁਛ ਨਾ ਕੁਛ ਇਨਾਮ ਜ਼ਰੂਰ ਮਿਲੇਗਾ। ਸੋ ਇਹੋ ਜਿਹੀ ਤਰਕੀਬ ਜਿਹੜੀ ਆ ਉਹ ਲੜਾਈ ਜਾ ਰਹੀ ਆ। ਇਹ ਪੱਥਰ ਹੁਣ ਪੱਥਰ ਕੇ ਸਨਮ ਹੀ ਸਾਬਤ ਹੁੰਦੇ ਆ ਜਾਂ ਕੋਈ ਕੰਮ ਕਰਨਗੇ, ਇਹ ਦੇਖਦੇ ਆ। ਪਰ ਲੁਟੇਰਿਆਂ ਨੇ ਕਾਫੀ ATM ਜਿਹੜੇ ਆ ਉਹ ਇੱਥੋਂ ਉਖੇੜ ਲਏ ਆ। ਇੱਥੋਂ ਉਖੇੜ ਕੇ ਤੇ ਉਹਨਾਂ ਨੇ ਕਾਫੀ ਆਪਣੀ ਐਸ਼ਪ੍ਰਸਤੀ ਦਾ ਸਮਾਨ ਹੈ ਜਿਹੜਾ ਉਹ ਬਣਾ ਲਿਆ ਵਾ। ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਇਸ ਸਾਲ ਨਹੀਂ ਹੋ ਸਕਣਗੇ ਅਸਤੀਫਿਆਂ ਦੇ ਫੈਸਲੇ। ਹਾਂ, ਮਤਲਬ ਕਿ ਆ ਸਾਲ ਵੀ ਲੰਘ ਗਿਆ, ਨਵੇਂ ਸਾਲ ਦੀ ਵਧਾਈ ਭੇਜ ਦਿਓ। ਸਪੀਕਰ ਨੂੰ ਇਹ ਕਹੀਏ ਕਿ ਇੱਕ ਗ੍ਰੀਟਿੰਗ ਕਾਰਡ ਹੀ ਭੇਜ ਦਿਓ ਉਹਨਾਂ ਨੂੰ ਕਿ ਕੋਈ ਗੱਲ ਨਹੀਂ, 1 ਸਾਲ ਹੋਰ ਲੰਘ ਗਿਆ, ਨਵੇਂ ਸਾਲ ਦੀ ਵਧਾਈ ਭੇਜਤੀ।
ਸਹੀ ਗੱਲ ਇਹ ਦੇਖੋ ਹਾਲਾਤ ਨੇ। ਅਸਤੀਫੇ ਕਾਹਦੇ, ਮੈਂ ਕਹਿੰਦਾ ਹੁੰਦਾ ਇਹਨਾਂ ਦੇ ਲਤੀਫੇ ਆ। ਵਾਕਈ ਆ ਸੁਖਪਾਲ ਸਿੰਘ ਖਹਿਰਾ ਨੇ ਤੇ ਬੜੀ ਬੇਸ਼ਰਮੀ ਵਰਤਦੇ ਆ ਅਸਤੀਫਾ ਵਾਪਸ ਵੀ ਲੈ ਲਿਆ। ਔਰ ਉਸ ਤੋਂ ਵੀ ਵੱਡੀ ਬੇਸ਼ਰਮੀ ਵਾਲੀ ਗੱਲ ਇਹ ਆ ਕਿ 2 ਬੰਦੇ ਇਹ ਕਾਂਗਰਸੀਆਂ ਦੇ ਹਾਰ ਪਵਾ ਕੇ ਕਾਂਗਰਸ 'ਚ ਸ਼ਾਮਲ ਹੋ ਗਏ। ਕਾਂਗਰਸ ਸਰਕਾਰ, ਕਾਂਗਰਸ ਦਾ ਸਪੀਕਰ ਸੰਦੋਆ ਤਾਂ ਉਸ ਸਮਾਗਮ 'ਚ ਸ਼ਾਮਲ ਹੋਇਆ ਜਿੱਥੇ ਕੈਪਟਨ ਵੀ ਸੀ ਤੇ ਸਪੀਕਰ ਵੀ ਸੀ, ਤੇ ਉਹ ਵੀ ਹਾਲੇ ਦੀ ਹਾਲਤ ਤੁਰਿਆ ਫਿਰਦਾ। ਸੋ ਕੀ ਕਹੋਗੇ ਤੁਸੀਂ? ਤੇ ਮਾਸਟਰ ਜੀ ਆ, ਉਹ ਵੀ ਮਸਤਾਨੇ ਮਾਸਟਰ ਹੀ ਹੈ। ਚੋਣ ਵੀ ਲੜ ਕੇ ਤੇ ਬੁਰੀ ਤਰ੍ਹਾਂ ਹਾਰ ਗਏ, ਬਹੁਤ ਹੀ ਬੁਰੀ ਤਰ੍ਹਾਂ ਹਾਰ ਗਏ। ਉਹ ਵੀ DA TA ਫਲਾਂ ਸ਼ਮਕਾਂ ਲਈ ਫਿਰਦੇ ਆ। ਸੋ ਇਹ ਇਹਨਾਂ ਦੀ ਹਾਲਤ ਆ। ਐਤਕੀ ਇਹਨਾਂ ਨੂੰ 5 ਵਾਰੀ ਹੋ ਜਾਣਾ ਮੇਰੇ ਖਿਆਲ ਦੇ ਨਾਲ ਸੱਦਿਆਂ ਨੂੰ, ਪਰ ਕੋਈ ਗੱਲ ਸਿਰੇ ਨਹੀਂ ਲੱਗੀ। ਹੁਣ ਦੱਸਦੇ ਆ ਕਿ 31 ਦਸੰਬਰ ਨੂੰ ਸਮਾਂ ਸੀਗਾ ਤੇ 31 ਦਸੰਬਰ ਤੱਕ ਵੀ ਲੱਗਦਾ ਕਿ ਜਵਾਬ ਕੋਈ ਆਊਗਾ ਨਹੀਂ ਹੈ। ਮਤਲਬ ਇਹ ਆ ਕਿ ਇਸ ਸਾਲ ਵੀ ਅਸਤੀਫਿਆਂ ਦਾ ਕੰਮ ਹੈ ਜਿਹੜਾ ਤਨ ਪੱਤਨ ਨਹੀਂ ਲੱਗਣਾ। ਔਰ ਦੂਜੀ ਗੱਲ ਇਹ ਕਿ ਇਸ ਕਰਕੇ ਵੀ ਨਹੀਂ ਲੱਗਣਾ, ਹੁਣ ਦਾਖਾ ਤੋਂ ਇਹ ਹਾਰ ਗਏ ਸੀਗੇ। ਇਹਨਾਂ ਨੂੰ ਡਰ ਆ ਕਿ ਇਹਨਾਂ ਜ਼ੋਰ ਲਾ ਕੇ ਅਸੀਂ ਦਾਖਾ ਨਹੀਂ ਜਿੱਤ ਸਕੇ ਤੇ ਕੱਲ੍ਹ ਨੂੰ ਜੇ ਮੰਨ ਲਓ ਕੋਈ ਜਿਮਨੀ ਚੋਣ ਸਾਨੂੰ ਭੁਗਤਣੀ ਪੈਂਦੀ ਆ ਤਾਂ ਉਸ ਸੂਰਤ ਦੇ ਵਿੱਚ ਸਾਡਾ ਹਸ਼ਰ ਜਿਹੜਾ ਉਹ ਇਸ ਤੋਂ ਵੀ ਬੁਰਾ ਹੋ ਸਕਦਾ ਹੈ। ਔਰ ਇਹ ਸੱਚ ਹੈ, ਹਕੀਕਤ ਆ ਬਿਜਲੀ ਵਾਲਾ ਜਿਹੜਾ ਕੰਮ ਚੱਲਦਾ ਪਿਆ, ਜਿਵੇਂ ਪਿੰਡਾਂ ਦੇ ਵਿੱਚ ਖਬਰਾਂ ਚੱਲਣ ਡਈਆਂ, ਪਹੁੰਚਣ ਡਈਆਂ ਕਿ ਜਿਹੜੀ ਬਿਜਲੀ ਉਹ ਨਵੇਂ ਸਾਲ ਦਾ ਗਿਫਟ ਲੈ ਕੇ ਆ ਰਹੀ ਹੈ ਤੁਹਾਡੇ ਵਾਸਤੇ ਕਿ 36 ਪੈਸੇ ਪਰ ਯੂਨਿਟ ਸਿੱਧਾ ਹੀ ਵੱਧ ਜਾਣਾ ਤੇ ਉਸ ਤੋਂ ਬਾਅਦ ਹੋਰ ਕੀਮਤਾਂ ਜਿਹੜੀਆਂ ਇਹਨਾਂ ਨੇ ਵਧਾਉਣੀਆਂ। ਲੋਕ ਤਰਾਹ ਕਰਦੇ ਪਏ ਆ, ਲੋਕ ਇਹਨਾਂ ਤੋਂ ਜਾਨ ਛਡਾਉਂਦੇ ਪਏ ਆ, ਹੱਥ ਜੋੜਦੇ ਪਏ ਕੈਲੰਡਰ ਦੇ ਅੱਗੇ ਕਿ ਜਲਦੀ ਪਲਟ ਜਾ ਤੇ ਇਹਨਾਂ ਤੋਂ ਸਾਡੀ ਜਾਨ ਛੁਡਾ। ਆਹ ਹਾਲ ਬਣਿਆ ਪਿਆ। ਕਿਉਂ? ਮੈਂ ਨਹੀਂ ਕਹਿੰਦਾ, ਰਾਣਾ ਗੁਰਜੀਤ ਸਿੰਘ, ਮਨਪ੍ਰੀਤ ਬਾਦਲ, ਸੁਨੀਲ ਜਾਖੜ ਵੀ ਪਿੱਟਣ ਰਹੇ ਆ ਕਿ ਕਰ ਕੀ ਰਹੇ ਆ ਬਿਜਲੀ ਰੇਟਾਂ ਤੋਂ। ਸੋ ਜੇ ਇਸ ਸੂਰਤ ਦੇ ਵਿੱਚ ਮੰਨ ਲਓ ਇਹਨਾਂ ਨੂੰ 1-2 ਜਿਮਨੀ ਚੋਣਾਂ ਫੇਸ ਕਰਨੀਆਂ ਪੈਂਦੀਆਂ ਤੇ ਉੱਥੇ ਇਹਨਾਂ ਨੂੰ ਪਤਾ ਕਿ ਸਾਡੀ ਸਥਿਤੀ ਕੀ ਹੋ ਸਕਦੀ ਹੈ। ਜੀ ਵੈਸੇ ਕਮਾਲ ਹੀ ਹੈ ਇਹ ਇਹਨਾਂ ਨੇ ਕੀਤੀ ਹੋਈ ਹੈ ਸਪੀਕਰ ਸਾਹਿਬ ਨੇ। ਤੇ ਬਹੁਤ ਮਿੰਟੂ ਜੀ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।